ਇਸ ਵੀਡੀਓ ਨੂੰ ਦੇਖਣ ਵਾਲੇ ਤਿੰਨ ਤਰ੍ਹਾਂ ਦੇ ਲੋਕ ਹੋਣਗੇ। ਪਹਿਲੇ ਤਾਂ ਉਹ ਜਿਹੜੇ ਮਿਊਚੁਅਲ ਫੰਡ ਦੇ ਵਿੱਚ ਇਨਵੈਸਟ ਕਰਨ ਦਾ ਸੋਚ ਰਹੇ ਹੋਣਗੇ। ਦੂਜੇ ਉਹ ਜਿਨ੍ਹਾਂ ਦੀਆਂ ਇੱਕ ਦੋ ਐਸਆਈਪੀ ਚੱਲ ਰਹੀਆਂ ਨੇ ਤੇ ਉਹ ਸੋਚ ਰਹੇ ਨੇ ਆਪਣੇ ਪੋਰਟਫੋਲੀਓ ਦੇ ਵਿੱਚ ਇੱਕ ਦੋ ਹੋਰ ਫੰਡ ਐਡ ਕਰਨ ਦਾ। ਤੇ ਤੀਜੇ ਉਹ ਜਿਨ੍ਹਾਂ ਦੀਆਂ ਆਲਰੇਡੀ ਐਸਆਈਪੀ ਚੱਲ ਰਹੀਆਂ ਨੇ, ਉਹ ਬਸ ਦੇਖਣ ਆਏ ਆ ਕਿ ਸਾਡੇ ਵਾਲੇ ਫੰਡ ਦਾ ਨਾਂ ਲੈਂਦੇ ਆ ਕਿ ਨਹੀਂ। ਸੋ ਅਗਰ ਤੁਸੀਂ ਤੀਜੀ ਕੈਟਾਗਰੀ ਦੇ ਹੋ ਤਾਂ ਸ਼ਾਇਦ ਇਹ ਵੀਡੀਓ ਦੇਖਣ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਣਾ। ਤੁਸੀਂ ਜਿਹੜੇ ਫੰਡ ਦੇ ਵਿੱਚ ਇਨਵੈਸਟ ਕਰ ਰਹੇ ਹੋ ਸਬਰ ਰੱਖੋ ਤੇ ਉਸੇ ਫੰਡ ਦੇ ਵਿੱਚ ਇਨਵੈਸਟ ਕਰਦੇ ਰਹੋ। ਵਧੀਆ ਫੰਡ ਦੇ ਵਿੱਚ ਇਨਵੈਸਟ ਕਰਨ ਨਾਲੋਂ ਜ਼ਿਆਦਾ ਇੰਪੋਰਟੈਂਟ ਇਹ ਹੁੰਦਾ ਹੈ ਕਿ ਤੁਸੀਂ ਫੰਡ ਦੇ ਵਿੱਚ ਕਿੰਨੇ ਟਾਈਮ ਲਈ ਇਨਵੈਸਟ ਕਰ ਰਹੇ ਹੋ। ਜਿਹੜੇ ਬਾਕੀ ਦੋ ਕੈਟਾਗਰੀ ਦੇ ਲੋਕ ਆ ਉਹਨਾਂ ਨੂੰ ਚਾਰ ਵਧੀਆ ਫੰਡ ਤਾਂ ਦੱਸਾਂਗੇ ਨਾਲ ਉਹਦੇ ਨਾਲ ਇਹ ਵੀ ਦੱਸਾਂਗੇ ਕਿ ਇਹਨਾਂ ਦਾ ਐਲੋਕੇਸ਼ਨ ਕਿਵੇਂ ਦਾ ਹੋਣਾ ਚਾਹੀਦਾ। ਬਟ ਉਸ ਤੋਂ ਪਹਿਲਾਂ ਇੱਕ ਡਿਸਕਲੇਮਰ ਹੈ ਕਿ ਇਹ ਵੀਡੀਓ ਸਿਰਫ ਐਜੂਕੇਸ਼ਨਲ ਪਰਪਸ ਲਈ ਬਣਾਈ ਜਾ ਰਹੀ ਹੈ। ਇਹਨੂੰ ਇਨਵੈਸਟਮੈਂਟ ਐਡਵਾਈਸ ਦੀ ਤਰ੍ਹਾਂ ਨਾ ਦੇਖਿਓ। ਤਾਂ ਦੇਖ ਲੈਂਦੇ ਆ ਫਿਰ ਕਿਹੜੇ ਚਾਰ ਫੰਡਸ ਨੇ। ਸਭ ਤੋਂ ਪਹਿਲਾਂ ਅਸੀਂ ਚੂਜ਼ ਕਰਾਂਗੇ ਲਾਰਜ ਕੈਪ ਕੈਟਾਗਰੀ ਦੇ ਵਿੱਚ। ਇਹ ਮਿਊਚੁਅਲ ਫੰਡਸ ਦੀ ਇੱਕ ਐਦਾਂ ਦੀ ਕੈਟਾਗਰੀ ਹੈ ਜਿਹੜੀ ਸਭ ਤੋਂ ਘੱਟ ਰਿਸਕੀ ਹੁੰਦੀ ਹੈ। ਗਲਤ ਨਾ ਸਮਝੋ, ਮਿਊਚੁਅਲ ਫੰਡਸ ਆਪਣੇ ਆਪ 'ਚ ਇੱਕ ਐਦਾਂ ਦੀ ਕੈਟਾਗਰੀ ਹੈ ਜਿਹੜੀ ਕਾਫੀ ਰਿਸਕੀ ਹੁੰਦੀ ਹੈ, ਸਪੈਸ਼ਲੀ ਜੇਕਰ ਇਕੁਇਟੀ ਮਿਊਚੁਅਲ ਫੰਡਸ ਦੀ ਗੱਲ ਕਰੀਏ। ਬਟ ਉਹਦੇ ਵਿੱਚੋਂ ਵੀ ਜੇਕਰ ਲਾਰਜ ਕੈਪ ਫੰਡਸ ਦੀ ਗੱਲ ਕਰੀਏ ਤਾਂ ਰਿਲੇਟਿਵਲੀ ਸਭ ਤੋਂ ਘੱਟ ਰਿਸਕੀ ਹੁੰਦੇ ਆ। ਸੋ ਲਾਰਜ ਕੈਪ ਮੇਰੇ ਹਿਸਾਬ ਨਾਲ ਤੁਹਾਡੇ ਪੋਰਟਫੋਲੀਓ ਨੂੰ ਇੱਕ ਸਟੇਬਿਲਿਟੀ ਦੇਣ ਦੇ ਵਿੱਚ ਇੰਪੋਰਟੈਂਟ ਰੋਲ ਅਦਾ ਕਰਦੇ ਆ। ਇਸ ਕੈਟਾਗਰੀ ਦੇ ਵਿੱਚ ਬੇਸਿਕਲੀ ਦੋ ਤਰ੍ਹਾਂ ਦੇ ਫੰਡਸ ਹੁੰਦੇ ਆ, ਐਕਟਿਵ ਤੇ ਪੈਸਿਵ। ਜੇਕਰ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਪੈਸਿਵ ਫੰਡਸ ਯਾਨੀ ਕਿ ਨਿਫਟੀ 50 ਇੰਡੈਕਸ ਫੰਡਸ ਦੇ ਵਿੱਚ ਇਨਵੈਸਟ ਕਰਨਾ ਪ੍ਰੈਫਰ ਕਰੂੰਗਾ। ਜੇਕਰ ਤੁਸੀਂ ਪਿਛਲੇ ਰਿਟਰਨਸ ਦੇ ਹਿਸਾਬ ਨਾਲ ਦੇਖੋਗੇ ਤਾਂ ਕੋਈ ਵੀ ਇੰਡੈਕਸ ਫੰਡ ਤੁਹਾਨੂੰ ਟੌਪ 5 ਦੇ ਵਿੱਚ ਨਹੀਂ ਦਿਖੇਗਾ। ਇਹ ਪਿਛਲੇ 5 ਸਾਲ ਦਾ ਰਿਟਰਨ ਦੇ ਹਿਸਾਬ ਦਾ ਡਾਟਾ ਹੈ, ਜਿੱਥੇ ਕਿ ਟੌਪ ਦੇ ਫੰਡ ਨੇ 20.78% ਦਾ CAGR ਦਿੱਤਾ ਹੈ ਤੇ ਉੱਥੇ ਇੰਡੈਕਸ ਫੰਡ ਨੇ ਸਿਰਫ 16% ਦਾ CAGR ਦਿੱਤਾ ਹੈ। ਬਟ ਫਿਰ ਵੀ ਮੈਂ ਇੰਡੈਕਸ ਫੰਡ ਨੂੰ ਹੀ ਪ੍ਰੈਫਰ ਕਰੂੰਗਾ। ਹੁਣ ਇਹ ਇਸ ਲਈ ਕਿਉਂਕਿ 85 ਤੋਂ 90% ਐਕਟਿਵ ਫੰਡਸ ਇੰਡੈਕਸ ਫੰਡ ਨੂੰ ਬੀਟ ਕਰਨ ਦੇ ਵਿੱਚ ਫੇਲ ਹੋ ਜਾਂਦੇ ਆ। ਅੱਜ ਜੇਕਰ ਤੁਸੀਂ ਦੇਖੋ ਨਿਪਨ ਇੰਡੀਆ ਟੌਪ ਤੇ ਆ, ਕੱਲ ਨੂੰ ਕੋਈ ਹੋਰ ਹੋਏਗਾ ਤਾਂ ਪਰਸੋਂ ਕੋਈ ਹੋਰ ਹੋਏਗਾ। ਹੋ ਸਕਦਾ 5 ਸਾਲ ਬਾਅਦ ਦੇਖੀਏ ਤਾਂ ਨਿਪਨ ਬਿਲਕੁਲ ਥੱਲੇ ਆ ਜਾਏ। ਬਟ ਇੰਡੈਕਸ ਫੰਡ ਟੌਪ ਦੇ 10% ਦੇ ਵਿੱਚ ਹੋਏਗਾ ਹੀ ਹੋਏਗਾ। ਸੋ ਇਹ ਗੈਸ ਕਰਨ ਦੀ ਬਜਾਏ ਕਿ ਕਿਹੜਾ ਫੰਡ 10 ਸਾਲ ਬਾਅਦ ਟੌਪ 3 ਚ ਹੋਏਗਾ, ਮੈਂ ਸਿੰਪਲੀ ਇੰਡੈਕਸ ਫੰਡ ਨੂੰ ਆਪਣੇ ਪੋਰਟਫੋਲੀਓ ਦੇ ਵਿੱਚ ਐਡ ਕਰੂੰਗਾ। ਔਰ ਵੈਸੇ ਵੀ ਲਾਰਜ ਕੈਪ ਫੰਡ ਐਡ ਕਰਨ ਦਾ ਆਬਜੈਕਟਿਵ ਹੈ ਸਟੇਬਿਲਿਟੀ, ਤੇ ਇੰਡੈਕਸ ਫੰਡ ਇਸ ਚੀਜ਼ ਲਈ ਬਿਲਕੁਲ ਪਰਫੈਕਟ ਨੇ। ਤੇ ਇੰਡੈਕਸ ਫੰਡਸ ਦੇ ਵਿੱਚ ਮੈਂ ਚੂਜ਼ ਕਰੂੰਗਾ UTI ਨਿਫਟੀ 50 ਇੰਡੈਕਸ ਫੰਡਸ। ਇਸ ਫੰਡਸ ਦਾ ਐਕਸਪੈਂਸ ਰੇਸ਼ੋ ਦੀ ਗੱਲ ਕਰੀਏ ਤਾਂ 0.21% ਹੈ, ਜੋ ਕਿ ਨਾ ਤਾਂ ਬਹੁਤਾ ਜ਼ਿਆਦਾ ਤੇ ਨਾ ਹੀ ਬਹੁਤਾ ਘੱਟ ਹੈ। ਬਟ ਇਸ ਫੰਡ ਦੇ ਬਹੁਤ ਹੀ ਘੱਟ ਟਰੈਕਿੰਗ ਐਰਰਸ ਨੇ। ਇਸ ਫੰਡ ਦਾ ਟਰੈਕਿੰਗ ਐਰਰ ਸਿਰਫ 0.02% ਹੈ, ਮਤਲਬ ਕਿ ਨਿਫਟੀ 50 ਨੂੰ ਪਰਫੈਕਟਲੀ ਟਰੈਕ ਕਰਦਾ ਹੈ। ਅਗਲਾ ਫੰਡ ਅਸੀਂ ਚੂਜ਼ ਕਰਾਂਗੇ ਮਿਡ ਕੈਪ ਕੈਟਾਗਰੀ ਚੋਂ। ਹੁਣ ਇਸ ਕੈਟਾਗਰੀ ਦੇ ਵਿੱਚ ਆ ਕੇ ਤੁਹਾਡਾ ਰਿਸਕ ਥੋੜਾ ਜਿਹਾ ਵੱਧ ਜਾਂਦਾ ਹੈ। ਮਿਡ ਕੈਪ ਦੇ ਵਿੱਚ ਇਦਾਂ ਦੀਆਂ ਕੰਪਨੀਆਂ ਹੁੰਦੀਆਂ ਨੇ ਜਿਹੜੀਆਂ ਫਿਊਚਰ 'ਚ ਜਾ ਕੇ ਲਾਰਜ ਕੈਪ ਹੋਣ ਦਾ ਪੋਟੈਂਸ਼ੀਅਲ ਰੱਖਦੀਆਂ ਨੇ। ਲਾਰਜ ਕੈਪ ਦੇ ਵਿੱਚ ਫੰਡ ਸਿਲੈਕਸ਼ਨ ਇੰਨੀ ਇੰਪੋਰਟੈਂਟ ਨਹੀਂ ਹੁੰਦੀ ਕਿਉਂਕਿ ਜ਼ਿਆਦਾਤਰ ਕੰਪਨੀਆਂ ਦੇ ਰਿਟਰਨਸ ਦੀ ਗੱਲ ਕਰੀਏ ਤਾਂ ਆਲਮੋਸਟ ਸਿਮਿਲਰ ਹੀ ਹੁੰਦੇ ਆ। ਪਰ ਮਿਡ ਕੈਪ ਦੇ ਵਿੱਚ ਫੰਡ ਸਿਲੈਕਸ਼ਨ ਕਾਫੀ ਇੰਪੋਰਟੈਂਟ ਹੋ ਜਾਂਦਾ ਹੈ। ਇਹ ਡਾਟਾ ਥੋੜਾ ਪੁਰਾਣਾ ਹੈ ਬਟ ਫੰਡ ਦੇ ਐਨਾਲਿਸਿਸ ਲਈ ਹਜੇ ਵੀ ਰੈਲੇਵੈਂਟ ਹੈ। ਪਰਫਾਰਮੈਂਸ ਪੈਰਾਮੀਟਰ ਦੇਖੀਏ ਤਾਂ ਦੋ ਫੰਡਸ PGIM ਇੰਡੀਆ ਤੇ ਕੁਆਂਟ ਮਿਡ ਕੈਪ ਇਹ ਬਿਲਕੁਲ ਅਲੱਗ ਤੋਂ ਹੀ ਸ਼ਾਈਨ ਕਰ ਰਹੇ ਆ। ਦੇਖਿਆ ਜਾਵੇ ਤਾਂ ਇਹ ਕੋਟਕ ਐਕਸਿਸ ਵਰਗੇ ਵੱਡੇ ਫੰਡਸ ਨੂੰ ਵੀ ਬੀਟ ਕਰ ਰਹੇ ਆ, ਪਰ ਇਹਨਾਂ ਦਾ ਰਿਸਕ ਪੈਰਾਮੀਟਰ ਵੀ ਦੇਖ ਲੈਂਦੇ ਆ। ਸ਼ੌਕਿੰਗਲੀ PGIM ਦਾ ਐਕਸਪੈਂਸ ਰੇਸ਼ੋ ਵੀ ਸਭ ਤੋਂ ਘੱਟ ਹੈ, ਕੁਆਂਟ ਦਾ ਵੀ ਐਕਸੈਪਟੇਬਲ ਰੇਂਜ ਦੇ ਵਿੱਚ ਹੈ, SBI ਤੇ ਨਿਪਨ ਦਾ ਜ਼ਿਆਦਾ ਹੈ। ਐਲਫਾ ਦੇ ਵਿੱਚ ਵੀ PGIM ਤੇ ਕੁਆਂਟ ਫੰਡਸ ਬਾਕੀ ਸਾਰੇ ਫੰਡਸ ਨੂੰ ਕਾਫੀ ਵਧੀਆ ਤਰੀਕੇ ਨਾਲ ਬੀਟ ਕਰ ਰਹੇ ਆ। ਬੀਟਾ ਤੇ ਸਟੈਂਡਰਡ ਡੈਵੀਏਸ਼ਨ ਕੁਆਂਟ ਫੰਡ ਦਾ PGIM ਨਾਲੋਂ ਘੱਟ ਹੈ। ਸਿਰਫ ਇੱਕੋ ਹੀ ਕੰਸਰਨ ਹੈ ਕਿ ਕੁਆਂਟ ਫੰਡ ਦਾ ਜਿਹੜਾ AUM ਸਾਈਜ਼ ਹੈ ਉਹ ਆਈਡੀਅਲ ਨਾਲੋਂ ਥੋੜਾ ਘੱਟ ਹੈ ਤੇ ਇਸੇ ਰੀਜ਼ਨ ਕਰਕੇ ਅਸੀਂ PGIM ਇੰਡੀਆ ਮਿਡ ਕੈਪ ਨੂੰ ਚੂਜ਼ ਕਰਾਂਗੇ। ਆਪਣੇ ਪੋਰਟਫੋਲੀਓ ਦੇ ਵਿੱਚ ਅਗਲਾ ਫੰਡ ਐਡ ਕਰਨ ਲਈ ਅਸੀਂ ਚੂਜ਼ ਕਰਾਂਗੇ ਫਲੈਕਸੀ ਕੈਪ ਫੰਡਸ ਕੈਟਾਗਰੀ ਚੋਂ। ਇਸ ਕੈਟਾਗਰੀ ਦੇ ਫੰਡਸ ਕਿਸੇ ਵੀ ਕੰਪਨੀ ਦੇ ਵਿੱਚ ਇਨਵੈਸਟ ਕਰ ਸਕਦੇ ਆ, ਲਾਰਜ ਕੈਪ, ਮਿਡ ਕੈਪ, ਸਮਾਲ ਕੈਪ, ਈਵਨ ਕਿ US ਕੰਪਨੀਆਂ ਦੇ ਵਿੱਚ ਵੀ ਇਨਵੈਸਟ ਕਰ ਸਕਦੇ ਆ। ਤੇ ਇਹਦੀ ਫਲੈਕਸੀਬਿਲਿਟੀ ਹੀ ਇਹਨੂੰ ਸੁਪੀਰੀਅਰ ਰਿਟਰਨ ਜਨਰੇਟ ਕਰਨ ਦੇ ਵਿੱਚ ਹੈਲਪ ਕਰਦੀ ਹੈ। ਤੇ ਇਸ ਕੈਟਾਗਰੀ ਦੇ ਫੰਡਸ ਨੂੰ ਆਪਣੇ ਪੋਰਟਫੋਲੀਓ ਦੇ ਵਿੱਚ ਐਡ ਕਰਨ ਪਿੱਛੇ ਮੇਰੇ ਦੋ ਆਬਜੈਕਟਿਵ ਹੈ। ਪਹਿਲਾ ਤਾਂ ਇਹ ਕਿ ਪੋਰਟਫੋਲੀਓ ਦੀ ਥੋੜੀ ਡਾਈਵਰਸਿਫਿਕੇਸ਼ਨ ਚਾਹੀਦੀ ਹੈ ਤੇ ਦੂਜਾ ਇਹ ਕਿ ਆਈ ਵਾਂਟ ਸਮ ਗਰੋਥ ਅਪਸਾਈਡ। ਮੇਰੇ ਹਿਸਾਬ ਨਾਲ ਅਗਲੇ 10-15 ਸਾਲਾਂ ਦੇ ਵਿੱਚ ਇੰਡੀਆ ਤੋਂ ਇਲਾਵਾ ਇੱਕ ਹੋਰ ਕੰਟਰੀ ਹੈ ਜਿਹੜੀ ਕਾਫੀ ਡੀਸੈਂਟ ਗਰੋਥ ਦੇ ਸਕਦੀ ਹੈ, ਉਹ ਹੈ US। ਸੋ ਇੱਥੇ ਇੱਕ ਤਾਂ US ਸਟਾਕਸ ਦਾ ਐਕਸਪੋਜ਼ਰ ਚਾਹੀਦਾ ਹੈ ਤਾਂ ਕਿ US ਸਟਾਕਸ ਦਾ ਅਪਸਾਈਡ ਕੈਪਚਰ ਹੋ ਸਕੇ, ਤੇ ਦੂਜਾ ਕਿ ਥੋੜਾ ਜਿਓਗ੍ਰਾਫੀਕਲ ਡਾਈਵਰਸਿਫਿਕੇਸ਼ਨ ਵੀ ਹੋ ਜਾਏਗਾ। ਹੁਣ ਇਹਨਾਂ ਸਾਰੇ ਫੈਕਟਰ ਨੂੰ ਕੰਸੀਡਰ ਕਰਦੇ ਹੋਏ ਪ੍ਰਾਗਵਾਰੀ ਫਲੈਕਸੀ ਕੈਪ ਸਭ ਤੋਂ ਬੈਸਟ ਫੰਡ ਹੈ। ਇਹ ਵਨ ਆਫ ਦਾ ਮੋਸਟ ਕੰਸਿਸਟੈਂਟ ਫੰਡ ਹੈ ਪਿਛਲੇ 5-7 ਸਾਲਾਂ ਚੋਂ। ਇਹ ਫੰਡ 30 ਤੋਂ 35% US ਸਟਾਕਸ ਦੇ ਵਿੱਚ ਇਨਵੈਸਟ ਕਰਦਾ ਹੈ ਤੇ 65% ਇੰਡੀਅਨ ਸਟਾਕਸ ਦੇ ਵਿੱਚ ਇਨਵੈਸਟ ਕਰਦਾ ਹੈ। ਤੇ ਲਾਸਟ ਫੰਡ ਜੋ ਅਸੀਂ ਆਪਣੇ ਪੋਰਟਫੋਲੀਓ ਦੇ ਵਿੱਚ ਐਡ ਕਰਨਾ ਚਾਹਾਂਗੇ ਉਹ ਹੋਏਗਾ ਸਮਾਲ ਕੈਪ ਫੰਡ ਕੈਟਾਗਰੀ ਦੇ ਵਿੱਚੋਂ। ਹੁਣ ਜੇਕਰ ਇਸ ਕੈਟਾਗਰੀ ਦੀ ਗੱਲ ਕਰੀਏ ਤਾਂ ਇਹ ਸਭ ਤੋਂ ਜ਼ਿਆਦਾ ਰਿਸਕੀ ਕੈਟਾਗਰੀ ਹੈ ਤੇ ਇਸ ਕੈਟਾਗਰੀ ਦੇ ਲਈ ਮੈਂ ਆਪਣਾ ਇੱਕ ਡੀਸੈਂਟ ਫੰਡ ਚੂਜ਼ ਕਰ ਲਿਆ ਜਿਹੜਾ ਕਿ ਤੁਹਾਡੇ ਪੋਰਟਫੋਲੀਓ ਨੂੰ ਕਾਫੀ ਵਧੀਆ ਬੂਸਟ ਦੇ ਸਕਦਾ ਹੈ। ਪਿਛਲੇ ਕੁਝ ਸਾਲਾਂ ਦੇ ਵਿੱਚ ਇਸ ਕੈਟਾਗਰੀ ਦੇ ਵਿੱਚ ਕਾਫੀ ਜ਼ਬਰਦਸਤ ਗਰੋਥ ਦੇਖਣ ਨੂੰ ਮਿਲੀ ਹੈ। ਪਿਛਲੇ 10 ਸਾਲ ਦਾ ਡਾਟਾ ਦੇਖੀਏ ਤਾਂ ਇਹ ਕੁਝ ਟੌਪ ਪਰਫਾਰਮਿੰਗ ਫੰਡਸ ਨੇ। ਇਹਨਾਂ ਦੇ ਵਿੱਚੋਂ ਕੁਆਂਟ ਤੇ ICICI ਰਿਲੇਟਿਵਲੀ ਥੋੜੇ ਛੋਟੇ ਫੰਡਸ ਨੇ ਜਿਨ੍ਹਾਂ ਦਾ AUM ਸਾਈਜ਼ 6500 ਕਰੋੜ ਦੇ ਕਰੀਬ ਹੈ। ਬਾਕੀ ਆਲਮੋਸਟ ਸਾਰੇ ਫੰਡਸ ਹੀ 10000 ਕਰੋੜ ਤੋਂ ਉੱਪਰ ਹੈ। ਜੇਕਰ ਸਾਰਿਆਂ ਦੇ ਐਕਸਪੈਂਸ ਰੇਸ਼ੋ ਦੀ ਗੱਲ ਕਰੀਏ ਤਾਂ ਆਲਮੋਸਟ ਸੇਮ ਰੇਂਜ 'ਚ ਹੀ ਹੈ। ਮੋਟਾ ਸਮਾਲ ਕੈਪ ਫੰਡਸ ਦੇ ਵਿੱਚ ਜੇਕਰ AUM ਸਾਈਜ਼ 5000 ਕਰੋੜ ਤੋਂ ਜ਼ਿਆਦਾ ਹੈ ਤੇ ਐਕਸਪੈਂਸ ਰੇਸ਼ੋ 1% ਤੋਂ ਘੱਟ ਹੈ ਤਾਂ ਐਕਸੈਪਟੇਬਲ ਰੇਂਜ ਦੇ ਵਿੱਚ ਮੰਨਿਆ ਜਾਂਦਾ ਹੈ। ਹੁਣ ਦੇਖ ਲੈਂਦੇ ਇਹਨਾਂ ਦਾ ਥੋੜੀ ਜਿਹੀ ਰਿਸਕ ਪੈਰਾਮੀਟਰ ਜਿੱਥੇ ਪਿਕਚਰ ਹੋਰ ਕਲੀਅਰ ਹੋਣੀ ਸ਼ੁਰੂ ਹੋ ਜਾਏਗੀ। ਹੁਣ ਇੱਥੇ ਅਸੀਂ ਸਟੈਂਡਰਡ ਡੈਵੀਏਸ਼ਨ ਤੇ ਬੀਟਾ ਦਾ ਪਿਛਲੇ 10 ਸਾਲ ਦਾ ਡਾਟਾ ਲਿਆ। ਇਹਦੇ ਤੋਂ ਸਾਨੂੰ ਇਹਨਾਂ ਦੇ ਲੌਂਗ ਟਰਮ ਦੇ ਵਿੱਚ ਰਿਸਕ ਮੈਨੇਜ ਕਰਨ ਦੀ ਐਬਿਲਿਟੀ ਕਾਫੀ ਵਧੀਆ ਤਰੀਕੇ ਨਾਲ ਸਮਝ ਆ ਜਾਏਗੀ। ਕੁਝ ਫੰਡਸ ਇਦਾਂ ਦੇ ਨੇ ਜਿਹੜੇ ਐਕਟਿਵਲੀ ਮੈਨੇਜ ਹੋ ਰਹੇ ਆ, ਜਿਹੜੇ ਕਨਸਟੈਂਟਲੀ ਆਪਣਾ ਪੋਰਟਫੋਲੀਓ ਚੇਂਜ ਕਰ ਰਹੇ ਆ, ਜਿਵੇਂ ਕਿ ਕੁਆਂਟ, ICICI, ਨਿਪਨ। ਤੇ ਬਾਕੀ ਕੁਝ ਫੰਡਸ ਇਦਾਂ ਦੇ ਨੇ ਜਿਹੜੇ ਇੱਕ ਫੰਡਸ ਨੂੰ ਹੀ ਕਾਫੀ ਲੌਂਗ ਟਰਮ ਤੱਕ ਰੱਖਦੇ ਆ, ਜ਼ਿਆਦਾ ਜਲਦੀ ਚੇਂਜ ਨਹੀਂ ਕਰਦੇ, ਜਿਵੇਂ ਕਿ SBI, ਕੋਟਕ, HDFC। ਜੇਕਰ ਪਿਛਲੇ 10 ਸਾਲਾਂ ਦੀ ਗੱਲ ਕਰੀਏ ਤਾਂ ਕੁਆਂਟ ਸਭ ਤੋਂ ਘੱਟ ਸਟੇਬਲ ਦਿਖ ਰਿਹਾ ਹੈ
ਤੇ ਨਿਪਨ ਸਭ ਤੋਂ ਜ਼ਿਆਦਾ ਸਟੇਬਲ ਦਿਖ ਰਿਹਾ। ਇਨਫੈਕਟ ਨਿਪਨ ਸਮਾਲ ਕੈਪ ਦੇ ਵਿੱਚ ਨੰਬਰ ਆਫ ਫੰਡਸ ਵੀ ਸਭ ਤੋਂ ਜ਼ਿਆਦਾ ਨੇ, ਬਾਕੀ ਫੰਡਸ ਆਲਮੋਸਟ ਸੇਮ ਹੀ ਆ। ਹੁਣ ਇੱਥੇ ਜੇਕਰ ਮੈਂ ਇੱਕ ਐਗਰੈਸਿਵ ਇਨਵੈਸਟਰ ਹਾਂ ਤਾਂ ਫਿਰ ਮੈਂ ਨਿਪਨ ਸਮਾਲ ਕੈਪ ਜਾਂ ਫਿਰ ਕੁਆਂਟ ਸਮਾਲ ਕੈਪ ਫੰਡ ਦੇ ਨਾਲ ਜਾ ਸਕਦਾ, ਤੇ ਜੇਕਰ ਮੈਂ ਇੱਕ ਮੋਡਰੇਟ ਰਿਸਕ ਟੇਕਰ ਹਾਂ ਤਾਂ ਫਿਰ ਮੈਂ SBI ਸਮਾਲ ਕੈਪ ਜਾਂ ਫਿਰ ਕੋਟਕ ਸਮਾਲ ਕੈਪ ਫੰਡਸ ਦੇ ਨਾਲ ਜਾ ਸਕਦਾ। ਹੁਣ ਇਹ ਦੇਖ ਲੈਣਾ ਕਿ ਇਹਨਾਂ ਚਾਰਾਂ ਫੰਡਸ ਦੇ ਵਿੱਚ ਤੁਹਾਨੂੰ ਕਿੰਨੇ % ਇਨਵੈਸਟ ਕਰਨਾ ਚਾਹੀਦਾ। ਤਾਂ ਦੇਖੋ ਜਿਹੜੀ ਤੁਹਾਡੀ ਐਲੋਕੇਸ਼ਨ ਹੈ ਉਹ ਦੋ ਚੀਜ਼ਾਂ ਤੇ ਡਿਪੈਂਡ ਕਰੇਗੀ, ਇੱਕ ਤੁਹਾਡੀ ਏਜ ਤੇ ਦੂਜੀ ਤੁਹਾਡੀ ਰਿਸਕ ਐਪੇਟਾਈਟ। ਮੈਂ ਇੱਕ ਜੈਨਰਿਕ ਚਾਰਟ ਬਣਾਇਆ ਇੱਕ ਮੋਡਰੇਟ ਰਿਸਕ ਟੇਕਰ ਦੇ ਲਈ। ਫॉर ਐਗਜ਼ਾਮਪਲ ਜੇਕਰ ਤੁਹਾਡੀ ਉਮਰ ਇਸ ਟਾਈਮ ਤੇ 26 ਤੋਂ 30 ਸਾਲ ਦੇ ਵਿੱਚ ਆ ਤਾਂ ਤੁਹਾਡੀ ਐਲੋਕੇਸ਼ਨ ਕੁਝ ਇਸ ਤਰੀਕੇ ਨਾਲ ਹੋ ਸਕਦੀ ਹੈ: 20% ਲਾਰਜ ਕੈਪ, 25% ਮਿਡ ਕੈਪ, 25% ਫਲੈਕਸੀ ਕੈਪ ਤੇ 30% ਸਮਾਲ ਕੈਪ ਫੰਡਸ। ਹੁਣ ਇੱਥੇ ਮੈਕਸਿਮਮ ਵੇਟੇਜ ਸਮਾਲ ਕੈਪ ਫੰਡ ਨੂੰ ਦਿੱਤਾ ਹੈ ਕਿਉਂਕਿ ਹਜੇ ਤੁਹਾਡੀ ਉਮਰ ਘੱਟ ਹੈ। ਬਾਕੀ ਇੱਕ ਬਹੁਤ ਹੀ ਜੈਨਰਿਕ ਤੇ ਬ੍ਰੌਡ ਚਾਰਟ ਹੈ, ਹੋ ਸਕਦਾ ਤੁਹਾਡੀ ਲਾਈਫ ਦੀ ਸਿਚੁਏਸ਼ਨ ਕੁਝ ਹੋਰ ਹੋਵੇ ਤਾਂ ਤੁਸੀਂ ਉਸ ਹਿਸਾਬ ਨਾਲ ਆਪਣੀ ਐਲੋਕੇਸ਼ਨ ਡਿਸਾਈਡ ਕਰ ਸਕਦੇ ਹੋ। ਪਰ ਹਾਂ, ਇਸ ਚਾਰਟ ਨੂੰ ਤੁਸੀਂ ਐਜ਼ ਇੱਕ ਰੈਫਰੈਂਸ ਕੰਸੀਡਰ ਜ਼ਰੂਰ ਕਰ ਸਕਦੇ ਹੋ। ਬਾਕੀ ਵੀਡੀਓ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ। ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ। ਟਿਲ ਦੈਨ ਬੀ ਕੇ ਫਾਈਟ।